ਜੇ ਤੁਸੀਂ ਹੁਣ ਇਹਨਾਂ ਨੂੰ ਰਿਪੋਰਟ ਨਾ ਕੀਤਾ ਤਾਂ ਦੂਸਰਿਆਂ ਦੇ ਹੌਸਲੇ ਖੁੱਲ੍ਹ ਜਾਣਗੇ। ਬਿਲਕੁਲ ਏਜੰਟਸ ਦੇ ਵੀ ਤੇ ਜਿਹੜੇ ਹੋਰ ਲੋਕ ਜਾਲਸਾਜ਼ੀ ਕਰਨਾ ਚਾਹੁੰਦੇ ਨੇ, ਜਾਲੀ ਪੇਪਰ ਬਣਾਉਣਾ ਚਾਹੁੰਦੇ ਨੇ, ਫਰਾਡ ਕਰਨਾ ਚਾਹੁੰਦੇ ਨੇ, ਉਹਨਾਂ ਨੂੰ ਇਹ ਹੋ ਜਾਣਾ, ਮੈਸੇਜ ਚੱਲ ਜਾਣਾ ਕਿ ਕੈਨੇਡਾ 'ਚ ਕੁਛ ਨਹੀਂ ਹੁੰਦਾ, ਤੁਸੀਂ ਜੋ ਮਰਜ਼ੀ ਕਰ ਲਓ ਤੇ ਉੱਥੇ ਸਭ ਮਾਫ ਹੋ ਜਾਂਦਾ ਬਾਅਦ 'ਚ। ਇਹ ਕੋਈ ਇਕੱਲਾ ਬਰਜੇਸ਼ ਮਿਸ਼ਰਾ ਨਹੀਂ ਹੈ ਫੇਕ ਡਾਕੂਮੈਂਟ ਬਣਾ ਰਿਹਾ, ਇਹ ਬਹੁਤ ਵੱਡੇ ਸਕੇਲ ਦੇ ਉੱਤੇ ਸਕੈਂਡਲ ਚੱਲ ਰਿਹਾ, ਜਿਹਦੇ 'ਚ ਹੋਰ ਬਹੁਤ ਲੋਕ ਨੇ, ਜਿਹਦੇ 'ਚ ਇਹ ਜਿਹੜੇ ਇਮੀਗ੍ਰੇਸ਼ਨ ਕੰਸਲਟੈਂਟ ਨੇ, ਇਹਨਾਂ 'ਚ ਪ੍ਰਾਈਵੇਟ ਕਾਲਜ ਇਨਵੋਲਵ ਨੇ। ਸਾਨੂੰ ਲੋਕਾਂ ਨੇ ਦੱਸਿਆ ਕਿ ਇੱਥੇ ਕੈਨੇਡਾ ਦੇ ਜਿਹੜੇ ਕਈ ਪ੍ਰਾਈਵੇਟ ਕਾਲਜ ਹੀ ਇਮੀਗ੍ਰੇਸ਼ਨ ਵਾਲੇ ਚਲਾ ਰਹੇ ਨੇ, ਤੇ ਹੋਰ ਜਿਹੜੇ ਇੱਥੇ ਲੋਕ ਜਾਲੀ ਵਿਆਹ ਕਰਾ ਕੇ ਆਏ ਜੀ, ਜਿਹੜੇ ਲੋਕ ਇੱਥੇ ਆ ਕੇ ਆਉਂਦੇ ਨੇ ਕਿਸੇ ਕਬੱਡੀ ਖੇਡਣ ਤੇ ਆ ਕੇ ਇੱਥੇ ਰਿਫਿਊਜੀ ਕਲੇਮ ਕਰ ਦਿੰਦੇ ਨੇ ਜਾਂ LMI ਖਰੀਦ ਲੈਂਦੇ ਨੇ, ਜਿਹੜੇ ਪੈਰੈਂਟਸ ਮਿਲਣ ਆਉਂਦੇ ਨੇ ਆਪਣੇ ਬੱਚਿਆਂ ਨੂੰ ਤੇ ਇੱਥੇ ਆ ਕੇ ਰਿਫਿਊਜੀ ਕਲੇਮ ਕਰਦੇ ਨੇ ਤੇ LMI ਖਰੀਦ ਲੈਂਦੇ ਨੇ, ਉਹ ਸਾਰਾ ਤੰਤਰ ਹੈ ਫਰਾਡ ਦਾ। ਕਿ ਜਿਹੜੀ ਇਹ ਗਵਰਨਮੈਂਟ ਹੈ, ਗਵਰਨਮੈਂਟ ਦਾ ਜਿਹੜਾ ਸਿਸਟਮ ਹੈ, ਇਹ ਟੋਟਲੀ ਫਲॉप ਸਿਸਟਮ। ਠੀਕ ਹੈ, ਇਹ ਇਮੀਗ੍ਰੇਸ਼ਨ ਸਿਸਟਮ ਦੀ ਸਕਰੀਨਿੰਗ, ਜਿਹੜਾ ਰਿਫਿਊਜੀ ਪ੍ਰੋਗਰਾਮ ਹੈ ਉਹਦੀ ਸਕਰੀਨਿੰਗ ਨਹੀਂ ਕਰ ਸਕੀ। ਇਹ ਜਿਹੜਾ ਸਟੂਡੈਂਟ ਵੀਜ਼ਾ ਪ੍ਰੋਗਰਾਮ ਚੱਲ ਰਿਹਾ ਇਹਦੀ ਕੋਈ ਪ੍ਰੋਪਰ ਸਕਰੀਨਿੰਗ ਨਹੀਂ ਹੋ ਰਹੀ। ਜਿਹੜੇ LMI ਸਿਸਟਮ ਹੈ ਉਹ ਅੰਧਾਧੁੰਦ ਚੱਲ ਰਿਹਾ। ਜਿਹੜੇ ਲੋਕ ਹੋਰ ਵਿਜ਼ਟਰ ਵੀਜ਼ਾ ਤੇ ਆ ਕੇ ਇਹ ਸਾਰਾ ਕੁਝ ਕਰ ਰਹੇ ਨੇ ਉਹ ਅੰਧਾਧੁੰਦ ਚੱਲ ਰਿਹਾ, ਉਹ ਤੇ ਤੁਸੀਂ ਰੋਕਣ 'ਚ ਫੇਲ ਹੋ। ਜਿਹੜੇ ਤੁਹਾਡੇ ਚਾਰ ਹੱਥ 'ਚ ਆ ਗਏ ਉਹਨਾਂ ਨੂੰ ਤੁਸੀਂ ਕਾਂ ਦੀ ਤਰ੍ਹਾਂ ਮਾਰ ਕੇ ਟੰਗਣਾ ਚਾਹੁੰਦੇ ਹੋ। ਜਿਸ ਤਰ੍ਹਾਂ ਦੇ ਫੇਕ ਲੈਟਰ ਦੀ ਗੱਲ ਕੀਤੀ ਜਾ ਰਹੀ ਹੈ, ਇਹ ਕੋਈ ਸਿਰਫ 500 ਸਟੂਡੈਂਟ ਹੀ ਥੋੜ੍ਹਾ ਆ, ਤੁਸੀਂ ਇਨਵੈਸਟੀਗੇਸ਼ਨ ਕਰਾਓ, ਹਜ਼ਾਰਾਂ ਨਿਕਲਣਗੇ। ਉਹਨਾਂ ਨੂੰ ਸਾਰਿਆਂ ਨੂੰ ਭੇਜ ਦਿਓ ਫਿਰ ਵਾਪਸ, ਫਿਰ ਨਾਲੇ ਮਿਨਿਸਟਰ ਵੀ ਰਿਜ਼ਾਈਨ ਕਰ ਦੇ। ਫੇਕ ਆਫਰ ਲੈਟਰ ਦੇ ਮਾਮਲਿਆਂ ਵਿੱਚ ਕਈ ਸਟੂਡੈਂਟਸ ਨੂੰ ਥੋੜੀ ਰਾਹਤ ਜ਼ਰੂਰ ਮਿਲੀ ਹੈ, ਕਿਉਂਕਿ ਜਿਨ੍ਹਾਂ ਦੀ ਡੈਪੋਰਟੇਸ਼ਨ ਸਿਰ ਤੇ ਸੀਗੀ ਉਹ ਹਜੇ ਲਈ ਟਲ ਗਈ ਹੈ। ਪਰ ਇਹ ਸਾਰਾ ਮਸਲਾ ਹਜੇ ਸੁਲਝਿਆ ਨਹੀਂ ਹੈ, ਕਿਉਂਕਿ ਇਹ ਬੜੀ ਕਲੀਅਰਲੀ ਕਹਿ ਦਿੱਤਾ ਗਿਆ ਹੈ ਕਿ ਡੈਪੋਰਟੇਸ਼ਨ ਹੁਣੇ ਲਈ ਰੁਕੀ ਹੈ, ਪਰ ਜਿਹੜੇ ਕੇਸ ਨੇ ਉਹ ਚੱਲਣਗੇ ਤੇ ਇਸ ਤੋਂ ਬਾਅਦ ਵੀ ਡੈਪੋਰਟੇਸ਼ਨ ਇਹਨਾਂ ਦੀ ਹੋ ਸਕਦੀ ਹੈ। ਇਸ ਪੂਰੇ ਮਸਲੇ ਤੇ ਇਹ ਗੱਲ ਕਰਨੀ ਬੜੀ ਜ਼ਰੂਰੀ ਹੈ ਕਿ ਆਖਿਰ ਗਲਤੀ ਕਿਹਦੀ ਸੀ ਜਾਂ ਹੈ, ਜਾਂ ਅੱਗੇ ਕੀ ਹੋਣਾ ਚਾਹੀਦਾ ਹੈ, ਕਿਉਂਕਿ ਇਹ ਕੋਈ ਇੱਕਾ ਦੁੱਕਾ ਕੇਸ ਨਹੀਂ ਹੈ। ਕਹਿਣ ਵਿੱਚ ਆ ਰਿਹਾ ਹੈ ਕਿ ਕਈ 100 ਕੇਸ ਨੇ, ਪਰ ਚਾਹੇ ਇਹ ਜਿੰਨੇ ਵੀ ਕੇਸ ਨੇ, ਇਹਨਾਂ ਸਟੂਡੈਂਟਸ ਦੇ ਫਿਊਚਰ ਜੁੜੇ ਹੋਏ ਨੇ ਤੇ ਇੱਕ ਫਿਊਚਰ ਪ੍ਰੈਸੀਡੈਂਟ ਵੀ ਸੈੱਟ ਹੋਏਗਾ ਆਉਣ ਵਾਲੇ ਕੇਸਿਸ ਲਈ। ਸੋ ਇਸ ਸਾਰੇ ਬਾਰੇ ਗੱਲਬਾਤ ਕਰਦੇ ਹਾਂ। ਸ਼ਮੀਲ ਜੀ ਮੇਰੇ ਨਾਲ ਨੇ। ਸ਼ਮੀਲ ਜੀ, ਪਹਿਲਾਂ ਤਾਂ ਇਹ ਰੈਪੂਟੇਸ਼ਨ ਰੁਕਣੀ ਜਾਂ ਹਜੇ ਲਈ ਸਥਗਿਤ ਹੋਣੀ, ਇਹਦੇ ਹਜੇ ਬਹੁਤ ਇੰਪਲੀਕੇਸ਼ਨਸ ਹੋਣੀਆਂ ਨੇ, ਕਈ ਇਹੋ ਜਿਹੇ ਕੇਸ ਨੇ, ਇਹਨੂੰ ਕਿਸ ਤਰ੍ਹਾਂ ਦੇਖ ਰਹੇ ਹੋ? ਦੇਖੋ, ਅਜੇ ਤੇ ਕੋਈ ਕਲੈਰਿਟੀ ਨਹੀਂ ਹੈ। ਅੱਜ ਹੀ ਅਸੀਂ ਜਗਮੀਤ ਸਿੰਘ ਹੋਰਾਂ ਨਾਲ ਗੱਲ ਕੀਤੀ ਸੀ ਤੇ ਜਗਮੀਤ ਸਿੰਘ ਹੋਰੀ ਵੀ ਕੋਈ ਕਲੀਅਰ ਗੱਲ ਨਹੀਂ ਸੀ ਕਰ ਰਹੇ, ਕੋਈ ਇਸ ਤਰ੍ਹਾਂ ਦਾ ਯਕੀਨ ਨਹੀਂ ਸੀ ਦਵਾ ਸਕਦੇ ਕਿ ਇਹ ਸਾਰੇ ਕੋਈ ਕੇਸ ਨਿਬੜ ਗਿਆ ਹੈ, ਇਹ ਡਿਪੋਰਟ ਨਹੀਂ ਹੋਣਗੇ ਜਾਂ ਹੋਣਗੇ, ਕਿੰਨੇ ਹੋਣਗੇ, ਅਜੇ ਕੁਛ ਨਹੀਂ ਪਤਾ। ਪਰ ਮੈਂ ਪਰਸਨਲੀ ਪਹਿਲਾਂ ਦੋ ਗੱਲਾਂ ਕਲੀਅਰ ਕਰਨੀ ਚਾਹੁੰਦਾ। ਮੈਂ ਪਰਸਨਲੀ ਇਹ ਮੰਨਦਾ ਕਿ ਇਹ ਸਟੂਡੈਂਟ ਡਿਪੋਰਟ ਨਹੀਂ ਹੋਣੇ ਚਾਹੀਦੇ। ਉਹ ਕਿਉਂ ਨਹੀਂ ਹੋਣੇ ਚਾਹੀਦੇ ਉਹਦੇ ਬਾਰੇ ਆਪਾਂ ਬਾਅਦ 'ਚ ਗੱਲ ਕਰਦੇ ਹਾਂ, ਪਰ ਪਹਿਲਾਂ ਜਿਹੜੇ ਲੋਕ ਇਹ ਆਰਗੂਮੈਂਟ ਦੇ ਰਹੇ ਨੇ, ਜਾਂ ਇਹ ਸਰਕਾਰ ਦੀ ਵੀ ਆਰਗੂਮੈਂਟ ਹੋ ਸਕਦੀ ਹੈ ਕਿ ਡਿਪੋਰਟ ਕਿਉਂ ਹੋਣੇ ਚਾਹੀਦੇ ਨੇ ਜੀ, ਉਹਨਾਂ ਦਾ ਇਹ ਮੰਨਣਾ ਕਿ ਇਹ ਜਿਹੜੇ ਸਟੂਡੈਂਟਸ ਨੇ ਇਹਨਾਂ ਨੇ ਮਿਸ ਰਿਪਰੈਜ਼ੈਂਟੇਸ਼ਨ ਕੀਤੀ ਹੈ ਜੀ। ਜਿਹੜੇ ਡਾਕੂਮੈਂਟਸ ਦੇ ਸਿਰ ਦੇ ਉੱਤੇ ਕੈਨੇਡਾ 'ਚ ਦਾਖਲ ਹੋਏ, ਐਡਮਿਸ਼ਨ ਹੋਈ ਜਾਂ ਜਿਹਦੇ ਸਿਰ ਦੇ ਉੱਤੇ ਵੀਜ਼ਾ ਮਿਲਿਆ, ਉਹ ਫੇਕ ਸੀਗਾ ਡਾਕੂਮੈਂਟ, ਤੇ ਉਸ ਡਾਕੂਮੈਂਟ ਦੇ ਉੱਤੇ ਸਾਈਨ ਇਹਨਾਂ ਦੇ ਨੇ ਉਹਨਾਂ ਐਪਲੀਕੇਸ਼ਨ 'ਤੇ, ਏਜੰਟ ਕਿਸੇ ਪਿਕਚਰ 'ਚ ਨਹੀਂ ਹੈ। ਤੇ ਜਦੋਂ ਹੁਣ ਉਹ ਭਾਵੇਂ ਜਿਹੜੇ ਕਾਨੂੰਨ ਨੇ, ਰੂਲਸ ਨੇ, ਉਹਨਾਂ ਦੇ ਮੁਤਾਬਕ ਇਹ ਮਿਸ ਰਿਪਰੈਜ਼ੈਂਟੇਸ਼ਨ ਦਾ ਕੇਸ ਜਦੋਂ ਬਣਦਾ ਤੇ ਭਾਵੇਂ ਉਹ 4 ਸਾਲ ਬਾਅਦ ਨਿਕਲੇ, ਜਦੋਂ ਜਿਹੜੀ ਚੀਜ਼ ਤੁਸੀਂ ਤੁਹਾਡੇ ਨਾਂ 'ਤੇ ਗਈ ਐਪਲੀਕੇਸ਼ਨ ਜੀ, ਉਹਦੇ ਉੱਤੇ ਤੁਹਾਡੇ ਸਾਈਨ ਨੇ ਤੇ ਤੁਹਾਨੂੰ ਰਿਸਪੌਂਸੀਬਲ ਸਮਝਿਆ ਜਾਂਦਾ। ਸੋ ਇਸ ਕਰਕੇ ਏਜੰਟ ਤੇ ਇਹ ਪਿਕਚਰ 'ਚ ਹੀ ਨਹੀਂ ਹੈ ਕਾਨੂੰਨ ਦੀ ਨਜ਼ਰ 'ਚ। ਉਹ ਏਜੰਟ ਕਿਤੇ ਪਿਕਚਰ 'ਚ ਨਹੀਂ ਹੈ, ਕਿਉਂਕਿ ਉਹ ਏਜੰਟ ਨੇ ਤੇ ਆਪਣਾ ਨਾਮ ਕਿਤੇ ਦਿੱਤਾ ਹੀ ਨਹੀਂ, ਉਹ ਕਿਹੜੇ ਕੋਈ ਆਥੋਰਾਈਜ਼ਡ ਏਜੰਟ ਸੀਗੇ ਜੀ। ਸੋ ਇਸ ਕਰਕੇ ਇਹ ਗੱਲ ਇਹਨਾਂ 'ਤੇ ਆਉਂਦੀ ਹੈ। ਤੇ ਜਿਹੜੇ ਇਸ ਗੱਲ ਦੇ ਹੱਕ 'ਚ ਨੇ ਵੀ ਡਿਪੋਰਟ ਹੋਣੇ ਚਾਹੀਦੇ ਨੇ, ਉਹਨਾਂ ਦਾ ਕਹਿਣਾ ਇਹ ਹੈ ਕਿ ਜੇ ਤੁਸੀਂ ਹੁਣ ਇਹਨਾਂ ਨੂੰ ਡਿਪੋਰਟ ਨਾ ਕੀਤਾ ਤਾਂ ਦੂਸਰਿਆਂ ਦੇ ਹੌਸਲੇ ਖੁੱਲ੍ਹ ਜਾਣਗੇ। ਬਿਲਕੁਲ, ਏਜੰਟਸ ਦੇ ਵੀ ਤੇ ਜਿਹੜੇ ਹੋਰ ਲੋਕ ਜਾਲਸਾਜ਼ੀ ਕਰਨਾ ਚਾਹੁੰਦੇ ਨੇ, ਜਾਲੀ ਪੇਪਰ ਬਣਾਉਣਾ ਚਾਹੁੰਦੇ ਨੇ, ਫਰਾਡ ਕਰਨਾ ਚਾਹੁੰਦੇ ਨੇ, ਉਹਨਾਂ ਨੂੰ ਇਹ ਹੋ ਜਾਣਾ, ਮੈਸੇਜ ਚੱਲ ਜਾਣਾ ਕਿ ਕੈਨੇਡਾ 'ਚ ਕੁਛ ਨਹੀਂ ਹੁੰਦਾ, ਤੁਸੀਂ ਜੋ ਮਰਜ਼ੀ ਕਰ ਲਓ ਤੇ ਉੱਥੇ ਸਭ ਮਾਫ ਹੋ ਜਾਂਦਾ ਬਾਅਦ 'ਚ। ਸੋ ਉਹਨਾਂ ਦੀ ਮੇਨਲੀ ਇਹ ਆਰਗੂਮੈਂਟ ਹੈ ਜਿਹਦੇ ਕਰਕੇ ਉਹ ਕਹਿ ਰਹੇ ਨੇ। ਤੇ ਇਹ ਗੱਲ ਕਾਨੂੰਨੀ ਤੌਰ ਦੇ ਉੱਤੇ ਸਹੀ ਹੈ। ਦੇਖੋ, ਮੈਂ ਵੀ ਪਰਸਨਲੀ, ਆਪਾਂ ਸਾਰੇ ਇਸ ਗੱਲ 'ਚ ਯਕੀਨ ਰੱਖਦੇ ਕਿ ਰੂਲ ਆਫ ਲਾਅ ਹੋਣਾ ਚਾਹੀਦਾ ਜੀ। ਆਫਟਰ ਆਲ ਇਹ ਸਿਸਟਮ ਤਾਂ ਹੀ ਚੱਲਦੇ ਨੇ, ਜੇ ਬਿਲਕੁਲ ਕੋਈ ਕਾਇਦਾ ਕਾਨੂੰਨ ਨਾ ਹੋਵੇ,
ਫਿਰ ਤੇ ਜੰਗਲ ਰਾਜ ਹੈ। ਜੀ ਸੋ ਇਸ ਕਰਕੇ ਕਾਨੂੰਨੀ ਤੌਰ ਦੇ ਉੱਤੇ ਇਹ ਗੱਲ ਸਹੀ ਲੱਗਦੀ ਹੈ ਜੀ। ਪਰ ਜਿਹੜੇ ਲੋਕ ਇਹ ਮੰਨਦੇ ਨੇ ਕਿ ਇਹਦੇ ਬਾਵਜੂਦ ਵੀ ਇਹਨਾਂ ਨੂੰ ਡਿਪੋਰਟ ਨਹੀਂ ਕਰਨਾ ਚਾਹੀਦਾ, ਮੈਂ ਵੀ ਪਰਸਨਲੀ ਉਹਨਾਂ 'ਚ, ਅਤੇ ਉਹਦੀ ਵੀ ਇੱਕ ਆਰਗੂਮੈਂਟ ਹੈ। ਮੇਰੀ ਆਰਗੂਮੈਂਟ ਇਹ ਹੈ, ਮੇਰਾ ਇਹ ਮੰਨਣਾ ਜਾਂ ਜਿਹੜੇ ਇਸ ਤਰ੍ਹਾਂ ਹੋਰ ਸੋਚਦੇ ਨੇ ਉਹਨਾਂ ਦਾ ਇਹ ਮੰਨਣਾ ਕਿ ਇਹ ਜਿਹੜਾ ਸਾਰਾ ਮਾਮਲਾ ਹੈ ਇਹਦੇ 'ਚ ਇਕੱਲੇ ਸਟੂਡੈਂਟ ਦੋਸ਼ੀ ਨਹੀਂ ਹੈ। ਬਿਲਕੁਲ। ਇਹਦੇ 'ਚ ਪਹਿਲੀ ਰਿਸਪੌਂਸਿਬਿਲਿਟੀ ਸੀਗੀ ਵੀਜ਼ਾ ਆਫਿਸਰ ਦੀ, ਜਿਹਨੇ ਚੈੱਕ ਕਰਨਾ ਸੀ ਉਹ ਲੈਟਰ, ਉਹਨੇ ਆਪਣੀ ਡਿਊਟੀ ਸਹੀ ਨਹੀਂ ਕੀਤੀ। ਦੂਜੇ ਨੰਬਰ 'ਤੇ ਜਦੋਂ ਇਹ ਦਾਖਲ ਹੋਏ ਨੇ ਕੰਟਰੀ 'ਚ, ਏਅਰਪੋਰਟ 'ਤੇ CBSA ਆਫੀਸ਼ੀਅਲ ਦੀ ਜ਼ਿੰਮੇਵਾਰੀ ਸੀ, ਉਹਨਾਂ ਨੇ ਆਪਣੀ ਡਿਊਟੀ ਨਹੀਂ ਕੀਤੀ। ਠੀਕ ਹੈ, ਉਹਨਾਂ ਨੇ ਕੋਈ ਕੋਤਾਹੀ ਇਹੀ ਨਹੀਂ ਕਿ ਵੀ ਉਨੀ ਦੇਰੀ ਕੀਤੀ ਹੈ। ਉਸ ਤੋਂ ਬਾਅਦ ਇਹਨਾਂ ਨੇ ਆਪਣੀ ਸਟੱਡੀ ਪੂਰੀ ਕਰ ਲਈ ਜੀ, ਇਹਨਾਂ ਨੂੰ ਵਰਕ ਪਰਮਿਟ ਮਿਲ ਗਏ। ਵਰਕ ਪਰਮਿਟ ਤੋਂ ਬਾਅਦ ਇਹਨਾਂ ਦੀ PR ਦੀ ਐਪਲੀਕੇਸ਼ਨ ਸ਼ੁਰੂ ਹੋ ਗਈ। ਉਸ ਸਾਰੀਆਂ ਸਟੇਜਸ ਲੰਘਣ ਤੋਂ ਬਾਅਦ ਤੁਸੀਂ ਹੁਣ ਆ ਕੇ ਉਹਨਾਂ ਨੂੰ ਪਕੜ ਰਹੇ ਹੋ ਜੀ। ਅਤੇ ਹੁਣ ਇਹ ਜਿਹੜਾ ਸਾਰਾ ਜੇ ਫਰਾਡ ਮੰਨ ਲਈਏ, ਇਹਦੇ 'ਚ ਕੋਤਾਹੀ ਉਹ ਤਾਂ ਐਪਲੀਕੈਂਟ ਨੇ, ਉਹ ਤਾਂ ਸਟੂਡੈਂਟ ਨੇ, ਜਿਹੜੇ ਗਵਰਨਮੈਂਟ ਅਫੀਸ਼ੀਅਲ ਨੇ ਜਿਨ੍ਹਾਂ ਦੀ ਜੌਬ ਹੀ ਇਹ ਕੰਮ ਹੈ, ਇਹ ਚੈੱਕ ਕਰਨਾ ਕਿ ਜਿਹੜੇ ਕੋਈ ਬੰਦਾ ਫੇਕ ਡਾਕੂਮੈਂਟ 'ਤੇ ਨਹੀਂ ਦਾਖਲ ਹੋ ਰਿਹਾ। ਜਦੋਂ ਉਹਨਾਂ ਨੇ ਆਪਣੀ ਡਿਊਟੀ ਸਹੀ ਟਾਈਮ 'ਤੇ ਨਹੀਂ ਕੀਤੀ, ਤੇ ਸਜ਼ਾ ਤੁਸੀਂ ਸਿਰਫ ਇੱਕ ਧਿਰ ਨੂੰ ਦੇ ਰਹੇ ਹੋ, ਜਿਹੜੀ ਕਿ ਵੀਕ ਧਿਰ ਹੈ ਜੀ। ਤੁਸੀਂ ਜਿਹੜੇ ਵੀਜ਼ਾ ਆਫਿਸਰ ਦੇ ਖਿਲਾਫ ਨਹੀਂ ਕਾਰਵਾਈ ਕਰ ਸਕਦੇ, ਤੁਸੀਂ CBSA ਅਫੀਸ਼ੀਅਲ ਦੇ ਖਿਲਾਫ ਨਹੀਂ ਕਾਰਵਾਈ ਕਰ ਰਹੇ, ਅਤੇ ਅਲਟੀਮੇਟਲੀ ਤੁਸੀਂ ਮਿਨਿਸਟਰ ਦੇ ਖਿਲਾਫ ਨਹੀਂ ਕਾਰਵਾਈ ਕਰ ਰਹੇ, ਕਿਉਂਕਿ ਅਲਟੀਮੇਟਲੀ ਜੋ ਕੁਝ ਹੋ ਰਿਹਾ ਇਹਦੇ ਲਈ ਮਿਨਿਸਟਰ ਰਿਸਪੌਂਸੀਬਲ ਹੈ ਜੀ। ਤੁਸੀਂ ਇਕੱਲੇ ਸਟੂਡੈਂਟਸ ਨੂੰ ਸਜ਼ਾ ਦੇ ਰਹੇ ਹੋ, ਉਹ ਵੀ ਕਿਹਨਾਂ ਨੂੰ? ਜਿਹੜੇ ਤੋਂ ਪਕੜੇ ਗਏ। ਜਿਹੜੇ ਤੋਂ ਨਹੀਂ ਪਕੜੇ ਗਏ ਉਹ ਅਜੇ ਹਜ਼ਾਰਾਂ ਦੀ ਗਿਣਤੀ 'ਚ ਹੋਣਗੇ ਜੀ, ਕਿਉਂਕਿ ਜੇ ਇਹ ਕੋਈ ਇਕੱਲਾ ਬਰਜੇਸ਼ ਮਿਸ਼ਰਾ ਨਹੀਂ ਹੈ ਫੇਕ ਡਾਕੂਮੈਂਟ ਬਣਾ ਰਿਹਾ ਜੀ, ਇਹ ਬਹੁਤ ਵੱਡੇ ਸਕੇਲ ਦੇ ਉੱਤੇ ਸਕੈਂਡਲ ਚੱਲ ਰਿਹਾ, ਜਿਹਦੇ 'ਚ ਹੋਰ ਬਹੁਤ ਲੋਕ ਨੇ, ਜਿਹਦੇ 'ਚ ਇਹ ਜਿਹੜੇ ਇਮੀਗ੍ਰੇਸ਼ਨ ਕੰਸਲਟੈਂਟ ਨੇ, ਇਹਨਾਂ 'ਚ ਪ੍ਰਾਈਵੇਟ ਕਾਲਜ ਇਨਵੋਲਵ ਨੇ। ਸਾਨੂੰ ਲੋਕਾਂ ਨੇ ਦੱਸਿਆ ਕਿ ਇੱਥੇ ਕੈਨੇਡਾ ਦੇ ਜਿਹੜੇ ਕਈ ਪ੍ਰਾਈਵੇਟ ਕਾਲਜ ਹੀ ਇਮੀਗ੍ਰੇਸ਼ਨ ਵਾਲੇ ਚਲਾ ਰਹੇ ਨੇ, ਉੱਥੋਂ ਹੀ ਫੇਕ ਡਾਕੂਮੈਂਟ ਬਣ ਰਹੇ ਨੇ। ਤੁਸੀਂ ਉਹ ਸਾਰਾ ਤੰਤਰ ਤੇ ਤੁਸੀਂ ਛੱਡਿਆ ਹੋਇਆ, ਤੁਸੀਂ ਜਿਹੜੇ ਤੁਹਾਡੇ ਹੱਥ 'ਚ ਆ ਗਏ, ਇਹ ਉਸ ਤਰ੍ਹਾਂ ਦੀ ਗੱਲ ਹੈ ਕਿ ਜਿਵੇਂ ਕੋਈ ਕਿਸਾਨ ਆਪਣੇ ਖੇਤ ਦੇ ਵਿੱਚ ਜਾਨਵਰਾਂ ਨੂੰ ਭਜਾਉਣ ਵਾਸਤੇ ਕੋਈ ਕਾਂ ਮਾਰ ਕੇ ਟੰਗ ਦਿੰਦਾ ਉੱਤੇ ਡਰਾਉਣ ਲਈ, ਇਹ ਉਸ ਤਰ੍ਹਾਂ ਦਾ ਮੈਥਡ ਹੈ ਕਿ ਜਿਹੜੇ ਤੁਹਾਡੇ ਹੱਥ ਆ ਗਏ ਉਹਨਾਂ ਨੂੰ ਤੁਸੀਂ ਸਜ਼ਾ ਦੇ ਕੇ ਡਰਾਉਣ ਦੀ ਕੋਸ਼ਿਸ਼ ਕਰੋ ਬਾਕੀਆਂ ਨੂੰ, ਜਿਹੜਾ ਕਿ ਗਲਤ ਹੈ। ਪਰ ਜੇ ਤੁਹਾਡੀ ਗੱਲ ਮੈਂ ਮੰਨ ਲਵਾਂ ਤਾਂ ਤੁਸੀਂ ਇਹ ਕਹਿ ਰਹੇ ਹੋ ਕਿ ਇਹਨਾਂ ਲੋਕਾਂ ਨੂੰ CBSA ਜਾਂ ਇਮੀਗ੍ਰੇਸ਼ਨ ਆਫੀਸ਼ੀਅਲਸ ਨੂੰ ਵੀ ਪਨਿਸ਼ ਕਰੋ, ਤੇ ਉਹਦੇ ਨਾਲ ਫਿਰ ਤੁਸੀਂ ਜਾਇਜ਼ ਕਹਿ ਦੋਗੇ ਇਹਨੂੰ ਡਿਪੋਰਟ, ਫਿਰ ਇਹਨਾਂ ਨੂੰ ਹੋਣਾ ਚਾਹੀਦਾ? ਨੋ, ਮੈਂ ਕਿਉਂ ਮੰਨਦਾ ਕਿ ਇਹ ਨਹੀਂ ਹੋਣਾ ਚਾਹੀਦਾ? ਦੇਖੋ, ਉਹਦਾ ਕਾਰਨ ਇਹ ਹੈ, ਟੈਕਨੀਕਲੀ ਇਹ ਸਹੀ ਹੈ ਕਿ ਵੀ ਇਹ ਮਿਸ ਰਿਪਰੈਜ਼ੈਂਟੇਸ਼ਨ ਕੀਤੀ ਹੋਈ ਹੈ ਇੱਥੇ ਇਹ ਉਸ ਤੋਂ ਵਾਕਫ ਸੀ ਜਾਂ ਇਹ ਟੋਟਲੀ ਹਨੇਰੇ ਸੀ, ਇਹ ਸਾਨੂੰ ਨਹੀਂ ਪਤਾ। ਪਰ ਫਿਰ ਵੀ ਅਸੀਂ ਜੇ ਦੇਖੀਏ ਇਸ ਕੰਟਰੀ 'ਚ ਹਜ਼ਾਰਾਂ ਲੋਕ ਰਿਫਿਊਜੀ ਆ ਰਹੇ ਆ ਜੀ, ਔਰ ਮੈਂ ਇਹ ਦਾਅਵੇ ਨਾਲ ਕਹਿ ਸਕਦਾ ਉਹਨਾਂ 'ਚ 99% ਫੇਕ ਨੇ। ਸਾਰੇ ਦਾ ਸਾਰਾ ਸਾਡਾ ਜਿਹੜਾ ਰਿਫਿਊਜੀ ਪ੍ਰੋਗਰਾਮ ਹੈ, ਰਿਫਿਊਜੀ ਪ੍ਰੋਗਰਾਮ ਚਲਾਇਆ ਇਸ ਵਾਸਤੇ ਸੀ ਕਿ ਦੁਨੀਆ ਦੇ ਕੁਝ ਹਿੱਸਿਆਂ 'ਚ ਜਿੱਥੇ ਕੁਝ ਜੈਨੂਨਲੀ ਜਿਹੜੀਆਂ ਕੁਝ ਲੋਕ ਹੋ ਸਕਦੇ ਨੇ ਜਿਨ੍ਹਾਂ 'ਤੇ ਤਸ਼ੱਦਦ ਹੋ ਰਿਹਾ ਹੈ, ਖਾਸ ਕਰਕੇ ਜਿੱਥੇ ਛੋਟੇ ਗਰੁੱਪ ਨੇ, ਜਿਵੇਂ ਸੀਰੀਆ ਦੇ ਵਿੱਚ ਜਦੋਂ ਇਸਲਾਮਿਕ ਸਟੇਟ ਆਇਆ ਸੀ ਉਹ ਯਜ਼ਦੀ ਕਮਿਊਨਿਟੀ ਨੂੰ ਟਾਰਗੇਟ ਕਰ ਰਹੇ ਸੀ ਜੀ, ਹੈ ਨਾ। ਅਫਗਾਨਿਸਤਾਨ 'ਚ ਕੁਝ ਗਰੁੱਪ ਹੋ ਸਕਦੇ ਨੇ, ਹੋਰ ਅਫਰੀਕਾ ਦੇ ਕੁਝ ਕੰਟਰੀ 'ਚ ਇਸ ਤਰ੍ਹਾਂ ਦੇ ਗਰੁੱਪ ਹੋ ਸਕਦੇ ਨੇ, ਦੁਨੀਆ ਦੇ ਕੁਝ ਹਿੱਸਿਆਂ 'ਚ ਇਸ ਤਰ੍ਹਾਂ ਜਿਹੜੀਆਂ ਕੁਝ ਜਿਹੜੀਆਂ ਕਮਿਊਨਿਟੀਜ਼ ਹੁੰਦੀਆਂ ਨੇ ਉਹਨਾਂ ਨੂੰ ਟਾਰਗੇਟ ਕੀਤਾ ਜਾਂਦਾ। ਉਹਨਾਂ ਲੋਕਾਂ ਨੂੰ ਸ਼ਰਨ ਦੇਣ ਵਾਸਤੇ ਰਿਫਿਊਜੀ ਪ੍ਰੋਗਰਾਮ ਹੈ। ਉਹੋ ਜਿਹੇ ਲੋਕ ਤਾਂ ਇੱਥੇ ਕਿੰਨੇ ਕੁ ਪਹੁੰਚਦੇ ਨੇ ਜੀ? ਜ਼ਿਆਦਾਤਰ ਲੋਕ ਤਾਂ ਇਹ ਹੈ ਕਿ ਜਿਹਨਾਂ ਨੇ ਇਸ ਸਿਸਟਮ ਨੂੰ ਅਬਿਊਜ਼ ਕਰ ਰਿਹਾ, ਹਾਂਜੀ, ਹਿਊਮਨ ਸਮਗਲਿੰਗ ਲਈ, ਟ੍ਰੈਫਿਕਿੰਗ ਲਈ ਇਹ ਯੂਜ਼ ਕੀਤਾ ਜਾ ਰਿਹਾ ਰਿਫਿਊਜੀ ਪ੍ਰੋਗਰਾਮ ਜੀ। ਤੁਸੀਂ ਉਹਨਾਂ ਲਈ ਤਾਂ ਕੁਝ ਕਰ ਨਹੀਂ ਪਾ ਰਹੇ, ਉਹ ਆ ਕੇ ਕੈਨੇਡਾ ਦੇ ਵੈਲਫੇਅਰ ਸਿਸਟਮ ਨੂੰ ਐਕਸਪਲੋਇਟ ਕਰਦੇ ਨੇ, ਇੱਥੋਂ ਦੇ ਜਿਹੜਾ ਸਾਰਾ ਬੈਨੀਫਿਟਸ ਨੇ ਉਹਨਾਂ ਨੂੰ ਯੂਜ਼ ਕਰਦੇ ਨੇ। ਅਤੇ ਹੋਰ ਜਿਹੜੇ ਇੱਥੇ ਲੋਕ ਜਾਲੀ ਵਿਆਹ ਕਰਾ ਕੇ ਆਏ ਜੀ, ਜਿਹੜੇ ਲੋਕ ਇੱਥੇ ਆ ਕੇ ਆਉਂਦੇ ਨੇ ਕਿਸੇ ਕਬੱਡੀ ਖੇਡਣ ਅਤੇ ਆ ਕੇ ਇੱਥੇ ਰਿਫਿਊਜੀ ਕਲੇਮ ਕਰ ਦਿੰਦੇ ਨੇ ਜਾਂ LMI ਖਰੀਦ ਲੈਂਦੇ ਨੇ, ਜਿਹੜੇ ਪੈਰੈਂਟਸ ਮਿਲਣ ਆਉਂਦੇ ਨੇ ਆਪਣੇ ਬੱਚਿਆਂ ਨੂੰ ਅਤੇ ਇੱਥੇ ਆ ਕੇ ਰਿਫਿਊਜੀ ਕਲੇਮ ਕਰ ਦਿੰਦੇ ਨੇ ਅਤੇ LMI ਖਰੀਦ ਲੈਂਦੇ ਨੇ, ਉਹ ਸਾਰਾ ਤੰਤਰ ਹੈ ਫਰੋਡ ਦਾ ਇੱਥੇ। ਤਾਂ ਉਹ ਸਾਰਿਆਂ ਨਾਲੋਂ ਤੇ ਸਟੂਡੈਂਟ ਜਿਹੜੇ ਨੇ, ਸਟੂਡੈਂਟ ਨੂੰ ਮੈਂ ਕਿਉਂ ਮਤਲਬ ਉਸ ਪੱਖੋਂ ਬਿਹਤਰ ਇੱਕ ਰੈਜ਼ੀਡੈਂਟ ਮੰਨਦਾ ਕਿ ਇਹ ਇੱਥੇ ਆਏ ਇੱਕ ਵੈਲਿਡ ਚੈਨਲ ਹੈ ਜੀ। ਆਫਟਰ ਆਲ ਜੇ ਉਹਨਾਂ ਨੇ ਕੋਈ ਡਾਕੂਮੈਂਟ ਫੇਕ ਲੱਗਿਆ ਵੀ ਹੈ, ਮੰਨ ਲਿਆ ਜੇ ਉਹਨਾਂ ਨੇ ਵੀ ਲਾਇਆ, ਉੱਥੇ ਆ ਕੇ ਉਹਨੇ ਐਡਮਿਸ਼ਨ ਹੀ ਲਈ ਹੈ ਨਾ, ਇੱਥੇ ਆ ਕੇ ਫੀਸ ਦਿੱਤੀ ਹੈ, ਇੱਥੇ ਕੰਮ ਕੀਤਾ, ਉਹਨੇ ਇੱਥੋਂ ਦਾ ਰੈਜ਼ੀਡੈਂਟ ਬਣਨਾ,
ਪਰ ਜਿਹੜੀ ਤੁਸੀਂ ਗੱਲ ਕਰ ਰਹੇ ਹੋ ਇੱਕ ਇਮੋਸ਼ਨਲ ਜਾਂ ਹਿਊਮਨ ਐਂਗਲ ਹੈ, ਪਰ ਲਾਅ ਤਾਂ ਬੜਾ ਕਲੀਅਰ ਹੈ ਨਾ ਕਿ ਤੁਸੀਂ ਕੈਨੇਡਾ ਆਉਣ ਲਈ ਜਿਹੜਾ ਜ਼ਰੀਆ ਅਪਣਾਇਆ ਹੈ ਉਹਦੇ 'ਚ ਫਰਾਡ ਹੈ। ਇਹ ਲਾਅ ਅੰਨਾ ਹੈ ਫਿਰ। ਇਹ ਲਾਅ ਫਿਰ ਜੇ ਤੁਸੀਂ ਲਾਅ ਨੂੰ ਇਦਾਂ ਲਾਗੂ ਕਰਨਾ ਤੇ ਫਿਰ ਜਿਹੜਾ ਸਾਰੇ ਦਾ ਸਾਰਾ ਰਿਫਿਊਜੀ ਪ੍ਰੋਗਰਾਮ ਤੇ ਵੀ ਲਾਗੂ ਕਰ ਲਓ। ਕਹਿਣ ਦਾ ਮਤਲਬ ਹੈ ਇਹ ਸਵਾਲ ਹੀ ਤਾਂ ਪੈਦਾ ਹੋਇਆ ਕਿ ਜਿਹੜੀ ਇਹ ਗਵਰਨਮੈਂਟ ਹੈ, ਗਵਰਨਮੈਂਟ ਦਾ ਜਿਹੜਾ ਸਿਸਟਮ ਹੈ ਇਹ ਟੋਟਲੀ ਫਲॉप ਸਿਸਟਮ ਹੈ। ਠੀਕ ਹੈ। ਇਹ ਇਮੀਗ੍ਰੇਸ਼ਨ ਸਿਸਟਮ ਦੀ ਸਕਰੀਨਿੰਗ, ਜਿਹੜਾ ਰਿਫਿਊਜੀ ਪ੍ਰੋਗਰਾਮ ਹੈ ਉਹਦੀ ਸਕਰੀਨਿੰਗ ਨਹੀਂ ਕਰ ਸਕੀ। ਇਹ ਜਿਹੜਾ ਸਟੂਡੈਂਟ ਵੀਜ਼ਾ ਪ੍ਰੋਗਰਾਮ ਚੱਲ ਰਿਹਾ ਇਹਦੀ ਕੋਈ ਪ੍ਰੋਪਰ ਸਕਰੀਨਿੰਗ ਨਹੀਂ ਹੋ ਰਹੀ। ਜਿਹੜੇ LMI ਸਿਸਟਮ ਹੈ ਉਹ ਅੰਧਾਧੁੰਦ ਚੱਲ ਰਿਹਾ। ਜੀ। ਜਿਹੜੇ ਲੋਕ ਹੋਰ ਵਿਜ਼ਟਰ ਵੀਜ਼ਾ ਤੇ ਆ ਕੇ ਇਹ ਸਾਰਾ ਕੁਝ ਕਰ ਰਹੇ ਨੇ ਉਹ ਅੰਧਾਧੁੰਦ ਚੱਲ ਰਿਹਾ। ਉਹ ਤੇ ਤੁਸੀਂ ਰੋਕਣ 'ਚ ਫੇਲ ਹੋ। ਜਿਹੜੇ ਤੁਹਾਡੇ ਚਾਰ ਹੱਥ 'ਚ ਆ ਗਏ ਉਹਨਾਂ ਨੂੰ ਤੁਸੀਂ ਕਾਂ ਦੀ ਤਰ੍ਹਾਂ ਮਾਰ ਕੇ ਟੰਗਣਾ ਚਾਹੁੰਦੇ ਹੋ। ਮਤਲਬ ਜਿਸ ਤਰ੍ਹਾਂ ਦੇ ਫੇਕ ਲੈਟਰ ਦੀ ਗੱਲ ਕੀਤੀ ਜਾ ਰਹੀ ਹੈ ਇਹ ਕੋਈ ਸਿਰਫ 500 ਸਟੂਡੈਂਟ ਹੀ ਥੋੜਾ ਆ ਜੀ। ਤੁਸੀਂ ਇਨਵੈਸਟੀਗੇਸ਼ਨ ਕਰਾਓ, ਹਜ਼ਾਰਾਂ ਨਿਕਲਣਗੇ ਜੀ। ਉਹਨਾਂ ਨੂੰ ਸਾਰਿਆਂ ਨੂੰ ਭੇਜ ਦਿਓ ਫਿਰ ਵਾਪਸ। ਫਿਰ ਨਾਲੇ ਮਿਨਿਸਟਰ ਵੀ ਰਿਜ਼ਾਈਨ ਕਰ ਦੇ। ਕਹਿਣ ਦਾ ਮਤਲਬ ਹੈ ਕਿ ਤੁਸੀਂ ਤੁਹਾਡਾ ਜਿਹੜਾ ਮੈਥਡੋਲੋਜੀ ਹੈ, ਪ੍ਰੋਬਲਮ ਹੈ ਇਹ ਕਿ ਸਿਸਟਮ ਅਬਿਊਜ਼ ਹੋ ਰਿਹਾ, ਉਹਨੂੰ ਰੋਕਣਾ ਬਹੁਤ ਜ਼ਰੂਰੀ ਹੈ ਜੀ। ਪਰ ਉਹਨੂੰ ਰੋਕਣ ਵਾਸਤੇ ਤੁਹਾਨੂੰ ਬੜੇ ਵੱਡੇ ਸਕੇਲ ਤੇ ਰਿਫਾਰਮ ਕਰਨ ਦੀ ਲੋੜ ਹੈ। ਆਪਣੇ ਅੰਦਰ ਸਰਕਾਰਾਂ ਨੂੰ ਝਾਤੀ ਮਾਰਨ ਦੀ ਲੋੜ ਹੈ। ਸਾਰੇ ਪ੍ਰੋਗਰਾਮ ਨੇ ਤੁਸੀਂ LMA ਸਿਸਟਮ ਠੀਕ ਕਰੋ, ਪ੍ਰਾਈਵੇਟ ਕਾਲਜਾਂ ਦਾ ਸਿਸਟਮ ਠੀਕ ਕਰੋ, ਪੂਰੇ ਦਾ ਪੂਰਾ ਸਟੂਡੈਂਟ ਵੀਜ਼ਾ ਪ੍ਰੋਗਰਾਮ ਰਿਵਿਊ ਕਰੋ, ਜਿਹੜਾ ਰਿਫਿਊਜੀ ਪ੍ਰੋਗਰਾਮ ਹੈ ਉਹ ਰਿਵਿਊ ਕਰੋ ਜੀ। ਉਹ ਸਾਰਾ ਕੁਝ ਹੋ ਰਿਹਾ। ਸੋ ਕਾਨੂੰਨ ਲਾਗੂ ਕਰਾਉਣ ਦਾ ਜਿਹੜਾ ਸਿਸਟਮ ਹੈ ਨਾ, ਇਹ ਅਪਰੋਚ ਹੈ, ਇਹ ਗਲਤ ਹੈ। ਮੈਂ ਤਾਂ ਇੱਕ ਹੋਰ ਵੀ ਇਸ ਤੋਂ ਅੱਗੇ ਜਾਊਂਗਾ ਜੀ। ਇਹ ਜਿਹੜਾ ਕੰਟਰੀ ਹੈ ਇਹ ਠੀਕ ਹੈ, ਆਪਾਂ ਰੂਲ ਆਫ ਲਾਅ ਦੀ ਗੱਲ ਕਰਦੇ ਹਾਂ ਔਰ ਮੈਂ ਤੇ ਆਪ ਪਰਸਨਲੀ ਬਹੁਤ ਜ਼ਿਆਦਾ ਇਹਦੇ 'ਚ ਬਿਲੀਵ ਕਰਦਾ ਕਿ ਰੂਲ ਆਫ ਲਾਅ ਰਹਿਣਾ ਚਾਹੀਦਾ, ਅਦਰਵਾਈਜ਼ ਤੇ ਬਿਲਕੁਲ ਹੀ ਸਿਸਟਮ ਜਿਹੜਾ ਹੈ ਜੰਗਲ ਰਾਜ ਹੋ ਜਾਏਗਾ। ਪਰ ਇਹ ਸੱਚਾਈ ਹੈ, ਹਿਸਟੋਰਿਕ ਸੱਚਾਈ ਹੈ ਕਿ ਇਹ ਕੰਟਰੀ ਤੇ ਇੱਥੇ ਜਿਹੜੇ ਇੱਥੋਂ ਦੇ ਯੂਰਪ 'ਚੋਂ ਲੋਕ ਆਏ ਸੀ ਕੋਈ ਵੀਜ਼ਾ ਲੈ ਕੇ ਥੋੜਾ ਆਏ ਸੀ। ਹਾਂਜੀ। ਉਹ ਵੀ ਇੱਥੇ ਇਲੀਗਲੀ ਆਏ ਸੀ ਜੀ। ਇੱਥੇ ਆ ਕੇ ਇੱਥੋਂ ਦੇ ਜਿਹੜੇ ਵੈਲਿਡ ਜਿਹੜੇ ਓਨਰ ਸੀ ਇਸ ਲੈਂਡ ਦੇ, ਉਹਨਾਂ ਨੂੰ ਧੱਕੇ ਨਾਲ ਪਾਸੇ ਕਰਕੇ ਉਹਨਾਂ ਤੇ ਕਬਜ਼ਾ ਕੀਤਾ ਹੋਇਆ ਜੀ। ਸਟੂਡੈਂਟ ਤੇ ਫਿਰ ਵੀ ਪੜ੍ਹਨ ਆ ਰਹੇ ਨੇ, ਫੀਸ ਦੇ ਕੇ ਆ ਰਹੇ ਨੇ, ਆ ਕੇ ਉਹ ਮਿਹਨਤ ਕਰਦੇ ਨੇ, ਆ ਕੇ ਫਿਰ ਜੌਬਸ ਕਰਦੇ ਨੇ, ਇੱਥੋਂ ਦੀ ਇਕਨੋਮੀ 'ਚ ਕੰਟਰੀਬਿਊਟ ਕਰਦੇ ਨੇ, ਹੈ ਨਾ। ਸੋ ਇਹ ਸਾਰੇ ਜੇ ਤੰਤਰ 'ਚ ਅਸੀਂ ਦੇਖੀਏ ਮੋਸਟ ਇਨੋਸੈਂਟ ਜਿਹੜਾ ਪਾਰਟ ਹੈ ਉਹ ਮੈਨੂੰ ਸਟੂਡੈਂਟ ਲੱਗਦੇ ਆ। ਬਾਕੀ ਤੇ ਸਾਰੇ ਹੀ ਮਤਲਬ ਇੱਕ ਬਦਮਾਸ਼ ਤੰਤਰ ਇਕੱਠਾ ਹੋਇਆ ਜੀ। ਤੇ ਉੱਥੇ ਕੋਈ ਤੁਸੀਂ ਸਵਾਲ ਕਰਨ ਦੀ ਤੁਹਾਡੇ 'ਚ ਹਿੰਮਤ ਨਹੀਂ ਹੈ। ਸਿਰਫ ਜਿਹੜੀ ਇੱਕ ਵੀਕ ਕੜੀ ਆ ਉਹਨੂੰ ਤੁਸੀਂ ਟਾਰਗੇਟ ਕਰ ਰਹੇ ਹੋ। ਪਰ ਇਸ ਤੋਂ ਬਾਅਦ ਫਿਰ ਤੁਸੀਂ ਆਪ ਕਿਹਾ ਸੀਗਾ ਕਿ ਇੱਕ ਪ੍ਰੈਸੀਡੈਂਟ ਵੀ ਸੈੱਟ ਹੋ ਸਕਦਾ, ਅੱਗੇ ਇਹਦਾ ਮਿਸਯੂਜ਼ ਹੋ ਸਕਦਾ, ਫਿਰ ਉਹਨੂੰ ਕਿਵੇਂ ਰੋਕਣ ਜੇ ਇਹਨਾਂ ਨੂੰ ਨਾ? ਦੇਖੋ, ਪ੍ਰੈਸੀਡੈਂਟ ਜਿਹੜਾ ਸੈੱਟ ਕਰਨ ਦਾ ਜਿਹੜੀ ਆਰਗੂਮੈਂਟ ਹੈ ਨਾ, ਉਹ ਮੈਂ ਇੱਥੇ ਇਸ ਕਰਕੇ ਸਹਿਮਤ ਨਹੀਂ ਕਿ ਤੁਸੀਂ ਪ੍ਰੈਸੀਡੈਂਟ ਤੋਂ ਕਿਉਂ ਡਰਦੇ। ਤੁਹਾਨੂੰ ਸਾਰਾ ਕੁਝ ਪਤਾ ਕੀ ਹੋ ਰਿਹਾ, ਤੁਹਾਡੇ ਨੱਕ ਦੇ ਹੇਠ ਹੋ ਰਿਹਾ। ਸਟੂਡੈਂਟ ਵੀਜ਼ਾ ਪ੍ਰੋਗਰਾਮ 'ਚ ਜੋ ਗੜਬੜਾਂ ਹੋ ਰਹੀਆਂ ਨੇ ਕੋਈ ਲੁਕੀਆਂ ਛਿਪੀਆਂ ਨੇ, ਤੁਸੀਂ ਠੀਕ ਕਿਉਂ ਨਹੀਂ ਕਰਦੇ? ਤੁਸੀਂ ਕਿਉਂ ਜਿਹੜਾ ਹੈ ਬਾਹਰ ਬੈਠੇ ਏਜੰਟ ਨੇ ਉਹਨਾਂ ਨੂੰ ਅਲਾਓ ਕਰ ਰਹੇ ਹੋ? ਕਿਉਂ ਤੁਸੀਂ ਕਾਲਜਾਂ ਨੂੰ ਅਲਾਓ ਕਰ ਰਹੇ ਹੋ ਕਿ ਬਾਹਰੋਂ ਇਸ ਤਰ੍ਹਾਂ ਸਟੂਡੈਂਟ ਭਰਤੀ ਕਰਨ? ਇਹ ਤੰਤਰ ਕੋਈ ਲੁਕਿਆ ਛੁਪਿਆ, ਪਰ ਉਹਦੇ ਬਾਰੇ ਕੋਈ ਸਰਕਾਰ ਪ੍ਰੈਸੀਡੈਂਟ ਦੀ ਤਾਂ ਗੱਲ ਤਾਂ ਹੋਏ ਕਿ ਜੇ ਤੁਸੀਂ ਕੁਝ ਪਹਿਲਾਂ ਕਰ ਰਹੇ ਹੋ, ਤੁਸੀਂ ਖੁੱਲ੍ਹ ਦੇ ਰੱਖੀ ਹੈ ਪਹਿਲਾਂ ਹਰ ਲਿਹਾਜ਼ ਨਾਲ ਜੀ। ਤੇ ਹੁਣ ਸਿਰਫ ਆਪਣੇ ਆਪ ਨੂੰ ਬੜੇ ਸੱਚੇ ਪੱਕੇ ਸਾਬਤ ਕਰਨ ਲਈ ਤੁਸੀਂ ਜਿਹੜੇ ਤੁਹਾਡੇ 20 ਤੇ ਹੱਥ ਆ ਗਏ ਉਹਨਾਂ ਨੂੰ ਤੁਸੀਂ ਸਜ਼ਾ ਦੇਣਾ ਚਾਹੁੰਦੇ ਹੋ। ਚਲੋ ਇਹ ਗੱਲ ਵੀ ਹੋ ਗਈ, ਪਰ ਹੁਣ ਜੇ ਆਪਾਂ ਗੱਲ ਕਰੀਏ ਪ੍ਰੈਜ਼ੈਂਟ ਸਿਚੁਏਸ਼ਨ ਦੀ, ਇਸ ਵੇਲੇ ਜਿੱਥੇ ਬੱਚੇ ਫਸੇ ਹੋਏ ਨੇ, ਕੇਸ ਜਿੱਥੇ ਚੱਲ ਰਿਹਾ, ਹੁਣੇ ਟਾਲਤੀ ਹੈ, ਹਜੇ ਵੀ ਕਹਿ ਰਹੇ ਡੈਪੋਟੇਸ਼ਨ ਸਿਰਫ ਟਲੀ ਹੈ, ਪੋਸਟਪੋਨ ਹੋਈ ਹੈ, ਇਹਨਾਂ ਦੇ ਕੇਸ 'ਚ ਇਸ ਵੇਲੇ ਕੀ ਕੀਤਾ ਜਾਵੇ? ਦੇਖੋ, ਇਹਨਾਂ ਦੀ ਜਿਹੜੀ ਸਿਚੁਏਸ਼ਨ ਹੈ ਇਹਦੇ 'ਚ ਜਿੱਥੇ ਤੱਕ ਤਾਂ ਜੇ ਤੁਸੀਂ ਸਰਕਾਰ ਨਾਲ, ਪੋਲੀਟੀਕਲ ਧਿਰਾਂ ਨਾਲ ਗੱਲ ਕਰੋ, ਇੱਕ ਗੱਲ ਪੱਕੀ ਹੈ ਕਿ ਕੋਈ ਵੀ ਜਿੱਦਾਂ ਦੀ ਸਿਚੁਏਸ਼ਨ ਹੈ ਕੋਈ ਬਲੈਂਕਟ ਪਾਰਡਨ ਦੀ ਗੱਲ ਨਹੀਂ ਕਰੇਗਾ, ਨਹੀਂ ਕਰ ਸਕਦੇ। ਉਹਦਾ ਕਾਰਨ ਇਹ ਹੈ ਕਿ ਮੰਨ ਲਿਆ ਜਿਹੜੀ ਰੂਲਿੰਗ ਧਿਰ ਹੈ ਉਹ ਇੱਦਾਂ ਕਰਨ ਦੀ ਕੋਸ਼ਿਸ਼ ਕਰੇ ਤੇ ਇਹਦਾ ਬੈਕਲੈਸ਼ ਵੀ ਹੋਣਾ ਜੀ, ਕਿਉਂਕਿ ਸਾਰੇ ਇਸ ਗੱਲ ਨਾਲ ਸਹਿਮਤ ਨਹੀਂ ਹੈ। ਸਪੈਸ਼ਲੀ ਜਿਹੜੀਆਂ ਮੇਨ ਸਟਰੀਮ ਕਮਿਊਨਿਟੀਜ਼ ਨੇ ਇਹਦੇ 'ਚ ਬੜੀ ਨੁਕਤਾਚੀਨੀ ਹੋਊਗੀ ਸਰਕਾਰ ਦੀ ਵੀ, ਤੁਸੀਂ ਕੀ ਕਰ ਰਹੇ ਹੋ ਆਪਣੀ ਵੋਟ ਪੋਲਿਟਿਕਸ ਵਾਸਤੇ। ਤੇ ਇਸ ਕਰਕੇ ਬਲੈਂਕਟ ਕੋਈ ਪਾਰਡਨ ਵਾਲੀ ਗੱਲ ਤਾਂ ਹੁੰਦੀ ਲੱਗਦੀ ਨਹੀਂ ਹੈ। ਇਹਦੇ 'ਚ ਕੇਸ ਟੂ ਕੇਸ ਹੀ ਹੋਣਾ, ਤੇ ਕੇਸ ਟੂ ਕੇਸ ਵੀ ਇੱਦਾਂ ਹੀ ਹੋਣਾ ਕਿ ਲਮਕੀ ਜਾਣਗੇ ਕੇਸ, ਇੱਕ ਸਟੇ ਮਿਲ ਗਈ, ਕਿਸੇ ਨੇ ਕੋਈ ਹੋਰ ਰਸਤਾ ਲੱਭ ਲਿਆ, ਇਸੇ ਤਰ੍ਹਾਂ ਹੋਊਗਾ। ਉਂਝ ਵੈਸੇ ਇਸ ਕੰਟਰੀ ਬਾਰੇ ਇਹ ਵੀ ਮੰਨਿਆ ਜਾਂਦਾ ਵੀ ਇੱਥੇ ਜਿਹੜਾ ਕੋਈ ਆ ਗਿਆ ਜਾਂਦਾ ਨਹੀਂ ਹੈ ਜੀ। ਇਹਨਾਂ ਨੇ ਵੀ ਸਟੂਡੈਂਟਸ ਨੇ ਇੱਥੇ ਟਿਕ ਜਾਣਾ। ਹੋ ਸਕਦਾ ਵਿੱਚੋਂ ਥੋੜ੍ਹੇ ਬਹੁਤ ਇਹੋ ਜਿਹੇ ਜਿਨ੍ਹਾਂ ਦਾ ਫਿਰ ਰੈਕਡ ਵੀ ਸਹੀ ਨਹੀਂ ਹੈ, ਜਿਵੇਂ ਮੰਨ ਲਿਆ ਕੋਈ ਹੋਵੇ ਇਹਨਾਂ 'ਚੋਂ ਜਿਹੜੇ ਇਹ 150 ਕੇਸ ਆ ਰਿਹਾ, ਇਹਨਾਂ 'ਚੋਂ ਕਿਸੇ ਦਾ ਕੋਈ ਕ੍ਰਿਮੀਨਲ ਰੈਕਡ ਨਿਕਲ ਆਏ, ਕੁਛ ਹੋਰ ਹੋ ਜਾਏ, ਇਹੋ ਜਿਹਿਆਂ ਦੀ ਸ਼ਾਇਦ ਜਿਹੜੀ ਹੈਗੀ ਆ ਡਿਪੋਟੇਸ਼ਨ ਰੋਕਣੀ ਮੁਸ਼ਕਿਲ ਹੋ ਜਾਏ। ਅਦਰਵਾਈਜ਼ ਬਹੁਤਿਆਂ ਨੇ ਰਸਤਾ ਲੱਭ ਲੈਣਾ। ਪਰ ਇੰਨਾ ਕਿ ਵੀ ਜਿਹੜੀ ਉਹਨਾਂ ਦੀ ਸਾਲ 2 ਸਾਲ 3 ਸਾਲ ਖੱਜਲ ਖੁਆਰੀ ਹੈ ਉਸ ਤੋਂ ਸ਼ਾਇਦ ਬਚਣਾ ਮੁਸ਼ਕਿਲ ਹੋਏਗਾ। ਸੋ ਤੁਹਾਡਾ ਕਹਿਣ ਦਾ ਮਤਲਬ ਇਹ ਹੈ ਕਿ
ਹੁਣੇ ਕੇਸ ਲਟਕ ਜਾਣਗੇ, ਕੁਝ ਬਚ ਜਾਣਗੇ, ਪਰ ਬਾਕੀਆਂ ਨੂੰ ਦੂਜੀ ਤਰ੍ਹਾਂ ਦੇ ਕੇਸਾਂ 'ਚ ਫਸਾ ਕੇ ਦੇਸ਼ ਤੋਂ ਕੱਢਿਆ ਜਾਏਗਾ। ਤੁਹਾਨੂੰ ਇਹ ਲੱਗਦਾ? ਦੇਖੋ, ਇਹਦੇ 'ਚ ਇਹ ਜਿੰਨਿਆਂ ਕੁ ਨਾਲ ਮੈਂ ਗੱਲ ਕੀਤੀ ਆ ਉਹ ਮੰਨਦੇ ਨੇ ਕਿ ਵੀ ਹੋ ਸਕਦਾ ਵੀ ਕੁਛ ਕੁ ਨੂੰ ਜਾਣਾ ਪੈ ਵੀ ਸਕਦਾ, ਕਿਉਂਕਿ ਇਹ ਸ਼ਾਇਦ ਫੈਸਲਾ ਸਰਕਾਰ ਲਈ ਲੈਣਾ ਮੁਸ਼ਕਲ ਹੋਊਗਾ ਕਿ ਕੋਈ ਖੁੱਲ੍ਹਾ ਐਲਾਨ ਕਰ ਦੇਵੇ ਕਿ ਇਹਨਾਂ ਨੂੰ। ਵੈਸੇ ਵੀ ਦੇਖੋ ਨਾ, ਇੱਕ ਕਾਨੂੰਨੀ ਪ੍ਰਕਿਰਿਆ ਵੀ ਹੈ। ਇਹ ਸਾਰੀਆਂ ਆਰਗੂਮੈਂਟਸ ਦੇ ਬਾਵਜੂਦ ਜਿਹੜੀਆਂ ਮੈਂ ਦਿੱਤੀਆਂ, ਇੱਕ ਕਾਨੂੰਨੀ ਪ੍ਰਕਿਰਿਆ ਵੀ ਹੈ। ਜਿਵੇਂ ਇੰਡੀਆ 'ਚ ਬੈਠੇ ਬੰਦੇ ਨੇ ਇਹ ਸਮਝਣਾ ਹੋਵੇ ਕਿ ਮੰਨ ਲਿਆ ਕਿਸੇ ਬੰਦੇ ਨੇ ਕੋਈ ਫਰਾਡ ਕੀਤਾ ਜੀ, ਉਹਨੂੰ ਇਨਵੈਸਟੀਗੇਸ਼ਨ ਕਰਕੇ ਪੁਲਿਸ ਨੇ ਚਾਰਜ ਕਰਤਾ, ਫਿਰ ਮਾਮਲਾ ਕੋਰਟ 'ਚ ਗਿਆ, ਕੋਰਟ ਨੇ ਉਹਨੂੰ ਦੋਸ਼ੀ ਮੰਨ ਲਿਆ, ਸਜ਼ਾ ਦੇ ਦਿੱਤੀ, ਤੇ ਕੋਈ ਇਸ ਤਰ੍ਹਾਂ ਕੋਈ ਕਾਰਵਾਈ, ਕਾਨੂੰਨੀ ਕਾਰਵਾਈ ਨੂੰ ਕੋਈ ਸਰਕਾਰ ਆ ਕੇ ਪੋਲੀਟੀਕਲ ਸਰਕਾਰ ਇੱਦਾਂ ਰਾਤੋਂ ਰਾਤ ਥੋੜ੍ਹਾ ਪਲਟ ਸਕਦੀ ਹੈ। ਬਿਲਕੁਲ ਠੀਕ ਹੈ, ਠੀਕ ਹੈ ਨਾ। ਇੱਥੇ ਵੀ ਤਾਂ ਇਹੀ ਹੋਇਆ ਨਾ ਕਿ ਸਾਰੇ ਮਾਮਲੇ ਦੀ ਇਨਵੈਸਟੀਗੇਸ਼ਨ ਹੋਈ, CBSA ਨੇ ਇਨਵੈਸਟੀਗੇਸ਼ਨ ਕੀਤੀ, ਫਿਰ ਇਮੀਗ੍ਰੇਸ਼ਨ ਟ੍ਰਿਬਿਊਨਲ ਕੋਲ ਗਿਆ, ਫਿਰ ਅੱਗੇ ਉਹਨਾਂ ਨੇ ਅਪੀਲਸ ਵੀ ਕੀਤੀਆਂ। ਡਿਪੋਰਟ ਉਹ ਹੋ ਰਹੇ ਨੇ ਜਿਹੜੇ ਫਾਈਨਲ ਫੈਡਰਲ ਅਪੀਲ ਵੀ ਹਾਰ ਜਾਂਦੇ ਨੇ ਜੀ। ਉਸ ਤੋਂ ਬਾਅਦ ਵੀ ਰਸਤੇ ਨੇ, ਜਿਵੇਂ ਹੁਣ ਕਰਮਜੀਤ ਨੇ ਕੀਤੀ ਹੋਈ ਹੈ, ਉਹਨੂੰ ਫਿਰ ਥੋੜ੍ਹੀ ਦੇਰ ਵਾਸਤੇ ਰਾਹਤ ਮਿਲ ਗਈ ਹੈ, ਜਾਂ ਲਵਪ੍ਰੀਤ ਨੂੰ ਵੀ ਰਾਹਤ ਮਿਲ ਗਈ ਹੈ। ਉਹ ਸਾਰੀ ਕਾਨੂੰਨੀ ਪ੍ਰਕਿਰਿਆ। ਸੋ ਉਸ ਕਾਨੂੰਨੀ ਪ੍ਰਕਿਰਿਆ ਨੂੰ ਕੋਈ ਵੀ ਸਰਕਾਰ ਇਸ ਤਰ੍ਹਾਂ ਨਹੀਂ ਰੋਕ ਸਕਦੀ ਵੀ ਰਾਤੋਂ ਰਾਤ ਉਸ ਨੂੰ ਰੱਦ ਕਰ ਦੇਵੇ। ਠੀਕ ਹੈ। ਇੱਕ ਮੈਂ ਤੁਹਾਨੂੰ ਪੁੱਛਣਾ ਚਾਹੁੰਦਾ, ਲਵਪ੍ਰੀਤ ਨੇ ਸਾਡੀ ਰੈੱਡ FM ਦੇ ਇੱਕ ਇੰਟਰਵਿਊ 'ਚ ਕਿਹਾ ਕਿ ਜੇ ਅਸੀਂ ਫਰਾਡ ਕੀਤਾ ਹੈ ਤਾਂ ਵੀ ਸਾਨੂੰ ਰੈਦਰ ਦੈਨ ਤੁਸੀਂ ਇੰਨੇ ਸਾਲਾਂ ਬਾਅਦ ਬਾਹਰ ਹੀ ਕੱਢ ਦਿਓ ਦੇਸ਼ 'ਚੋਂ, ਸਾਡੇ ਤੋਂ ਤੁਸੀਂ ਕੋਈ ਕਮਿਊਨਿਟੀ ਸਰਵਿਸ ਕਰਾ ਲਓ, ਸਾਡੇ ਤੋਂ ਇਹ ਕਹਿ ਦਿਓ ਵੀ ਜਿਹੜਾ ਤੁਸੀਂ ਕੋਰਸ ਕਰਨਾ ਸੀ ਉਹ ਦੁਬਾਰਾ ਕਰ ਲਓ। ਕੀ ਤੁਹਾਨੂੰ ਲੱਗਦਾ ਇਹੋ ਜਿਹੇ ਕੋਈ ਰਿਫੋਰਮੇਟਿਵ ਸਜ਼ਾ ਦੇ ਕੇ ਬੈਟਰ ਤਰੀਕਾ? ਨਹੀਂ, ਉਹ ਤਾਂ ਹੁਣ ਦੇਖੋ ਕਾਨੂੰਨ ਦੇ ਮੁਤਾਬਕ ਹੀ ਹੋਊਗਾ ਨਾ, ਕਿਉਂਕਿ ਜਿਹੜੀਆਂ ਇਹ ਅਦਾਰੇ ਨੇ, ਅਦਾਲਤਾਂ ਨੇ, ਟ੍ਰਿਬਿਊਨਲ ਨੇ, ਉਹਨਾਂ ਨੇ ਤਾਂ ਜੋ ਪ੍ਰੋਵੀਜ਼ਨ ਨੇ ਉਹਨਾਂ ਚੋਂ ਹੀ ਰੱਖ ਕੇ ਕੋਈ ਸਜ਼ਾ, ਕੋਈ ਕਿਸੇ ਨੇ ਆਪਣੇ ਆਪ ਤਾਂ ਮਿੱਥ ਨਹੀਂ ਦੇਣੀ ਕਿ ਜੀ ਸਾਡੇ ਤੋਂ ਜੋੜੇ ਚੜਾ ਲਓ, ਝਾੜ ਦਿੰਦੇ ਆ ਅਸੀਂ, ਜਾਂ ਕੋਈ ਹੋਰ ਸੇਵਾ ਕਰ ਦਿੰਦੇ। ਇਹ ਤਾਂ ਜੋ ਹੁਣ ਕਾਨੂੰਨ ਦੇ ਮੁਤਾਬਕ ਹੈ ਉਹ ਹੀ ਹੋਣਾ। ਪਰ ਇਹਦੇ 'ਚ ਰਸਤੇ ਸਰਕਾਰ, ਜਿਵੇਂ ਮੈਂ ਅੱਜ ਜਗਮੀਤ ਸਿੰਘ ਨਾਲ ਜਦੋਂ ਗੱਲ ਕੀਤੀ ਸੀ, ਤੇ ਜਗਮੀਤ ਸਿੰਘ ਗਵਰਨਮੈਂਟ ਦੇ ਇੱਕ ਕਿਸਮ ਦੇ ਪਾਰਟਨਰ ਨੇ, ਕਿ ਤੇ ਮੈਂ ਉਹਨਾਂ ਨੂੰ ਪੁੱਛਿਆ ਸੀ ਕਿ ਕੀ ਹੋ ਸਕਦਾ ਜੀ। ਉਹ ਜਗਮੀਤ ਸਿੰਘ ਇਹ ਕਹਿ ਰਹੇ ਨੇ ਕਿ ਜੀ ਮਿਨਿਸਟਰ ਦੇ ਹੱਥ ਬਹੁਤ ਕੁਛ ਹੈ, ਜੇ ਮਿਨਿਸਟਰ ਚਾਹੇ ਤਾਂ ਕੁਛ ਨਾ ਕੁਛ ਰਸਤਾ ਲੱਭ ਸਕਦਾ। ਠੀਕ ਹੈ। ਸੋ ਇਹੀ ਮੇਰਾ ਖਿਆਲ ਹੈ, ਚੈਨਲ ਹੈ ਨੇ ਕੁਛ ਸਿੱਧੇ ਭਾਵੇਂ ਨਾ ਹੋਣ, ਕਿਸੇ ਨਾ ਕਿਸੇ ਤਰੀਕੇ ਨਾਲ ਇਹਨਾਂ ਨੂੰ ਰਾਹਤ ਮਿਲ ਸਕਦੀ ਹੈ, ਔਰ ਰਾਹਤ ਦਿਵਾਉਣ ਦੀ ਕੋਸ਼ਿਸ਼ ਕਰਨੀ ਚਾਹੀਦੀ ਹੈ ਸਾਰਿਆਂ ਨੂੰ। ਉਹ ਇਸ ਕਰਕੇ, ਕਿਉਂਕਿ ਮੈਂ ਕਿਉਂ ਮੰਨਦਾ ਵੀ ਇਹਨਾਂ ਦਾ ਬਾਹਰ ਜਾਣਾ ਗਲਤ ਕਿਉਂ ਹੈ। ਇਸ ਕੰਟਰੀ 'ਚ ਬਹੁਤ ਵਿਹਲੜ ਲੋਕ ਨੇ ਜੀ, ਜਿਹੜੇ ਇੱਥੇ ਆ ਕੇ ਇੱਥੋਂ ਦਾ ਵੈਲਫੇਅਰ ਸਿਸਟਮ ਅਬਿਊਜ਼ ਕਰ ਰਹੇ, ਇੱਥੋਂ ਦਾ ਜਿਹੜੇ ਬੈਨੀਫਿਟਸ ਨੇ ਉਹਨਾਂ ਨੂੰ ਯੂਜ਼ ਕਰ ਰਹੇ ਨੇ, ਟੈਕਸ ਚੋਰੀ ਕਰ ਰਹੇ ਨੇ, ਕੈਸ਼ 'ਤੇ ਕੰਮ ਕਰ ਰਹੇ ਨੇ। ਉਹਨਾਂ ਸਾਰਿਆਂ ਦੇ ਮੁਕਾਬਲੇ ਸਟੂਡੈਂਟ ਬਿਹਤਰ ਰੈਜ਼ੀਡੈਂਟ ਸਾਬਤ ਹੋ ਸਕਦੇ ਆ ਜੇ ਇਸ ਪ੍ਰੋਗਰਾਮ 'ਚ ਬਹੁਤ ਗੜਬੜਾਂ ਨੇ। ਵੈਸੇ ਜ਼ਿਆਦਾ ਨੰਬਰ ਆ ਗਿਆ, ਇੱਕੋ ਸੂਬੇ 'ਚੋਂ ਆ ਗਿਆ, ਇਸ ਕਰਕੇ ਆਪਾਂ ਨੂੰ ਪ੍ਰੋਬਲਮਸ ਲੱਗਦੀਆਂ ਨੇ। ਜੇ ਇਹ ਸਿਸਟਮ ਬਿਹਤਰ ਤਰੀਕੇ ਨਾਲ ਚਲਾਇਆ ਜਾਵੇ, ਸਟੂਡੈਂਟ ਵੀਜ਼ਾ ਪ੍ਰੋਗਰਾਮ, ਤਾਂ ਸਟੂਡੈਂਟ ਬਿਹਤਰ ਰੈਜ਼ੀਡੈਂਟ ਸਾਬਤ ਹੋ ਸਕਦੇ ਨੇ। ਉਹ ਇੱਥੇ ਸਟੱਡੀ ਕਰਦੇ ਨੇ, ਇੱਥੋਂ ਦੀਆਂ ਸਕਿੱਲਸ ਲੈਂਦੇ ਨੇ, ਫਿਰ ਇੱਥੇ ਕੰਮ ਕਰਦੇ ਨੇ, ਟੈਕਸ ਦਿੰਦੇ ਨੇ, ਮਿਹਨਤੀ ਤਬਕਾ। ਸੋ ਅਸੀਂ ਆਪਣਾ ਜਿਹੜਾ ਸਭ ਤੋਂ ਮਿਹਨਤੀ ਸੈਗਮੈਂਟ ਹੈ ਕੈਨੇਡਾ ਦਾ, ਉਹਨੂੰ ਪਨਿਸ਼ ਕਰ ਰਹੇ ਹਾਂ। ਬਾਕੀ ਜਿਹੜੇ ਵਿਹਲੀਆਂ ਖਾਣ ਵਾਲੇ ਨੇ ਉਹਨਾਂ ਬਾਰੇ ਅਸੀਂ ਅੱਖਾਂ ਮੀਚੀਆਂ ਹੋਈਆਂ। ਜੀ ਬਿਲਕੁਲ, ਥੈਂਕ ਯੂ ਸ਼ਮੀਲ ਜੀ। ਇੱਕ ਬੜੀ ਇੰਪੋਰਟੈਂਟ ਗੱਲ ਜਿਹੜੀ ਸ਼ਮੀਲ ਜੀ ਪੁਆਇੰਟ ਆਊਟ ਕਰਨਾ ਚਾਹ ਰਹੇ ਨੇ ਕਿ ਲਾਅ ਵਿਲ ਟੇਕ ਇਟਸ ਓਨ ਕੋਰਸ, ਲੇਕਿਨ ਜਿੰਨੇ ਤਰ੍ਹਾਂ ਦੇ ਇਮੀਗ੍ਰੇਸ਼ਨ ਦੇ ਫਰਾਡ ਕਹਿ ਲਓ, ਜਾਂ ਜਿਸ ਤਰ੍ਹਾਂ ਇਮੀਗ੍ਰੇਸ਼ਨ ਅਬਿਊਜ਼ ਹੋ ਰਹੀ ਹੈ ਕੈਨੇਡਾ ਦੀ, ਉਹਦੇ ਚੋਂ ਸਟੂਡੈਂਟਸ ਨੂੰ ਬਾਹਰ ਕੱਢਣਾ ਕੈਨੇਡਾ ਦੇ ਆਪਣੇ ਹਿੱਤ ਦੇ ਵੀ ਖਿਲਾਫ ਹੋਏਗਾ। ਜੇ ਸਟੇਟਮੈਂਟਸ ਦੀ ਗੱਲ ਕਰੀਏ ਜਾਂ ਪੋਲੀਟੀਸ਼ੀਅਨਸ ਜੋ ਕਹਿ ਰਹੇ ਨੇ, ਜਗਮੀਤ ਸਿੰਘ ਹਿੰਟ ਦੇ ਰਹੇ ਨੇ ਰੈੱਡ FM ਨਾਲ ਗੱਲਬਾਤ ਕਰਦੇ ਹਾਂ ਕਿ ਮਿਨਿਸਟਰ ਦੇ ਹੱਥ ਬਹੁਤ ਕੁਛ ਹੈ। ਜੇ ਮਿਨਿਸਟਰ ਜਿਹੜੇ ਇਮੀਗ੍ਰੇਸ਼ਨ ਮਿਨਿਸਟਰ ਸ਼ੌਨ ਫਰੇਜ਼ਰ ਨੇ ਤੇ ਨਾਲ PM ਜਸਟਿਨ ਟਰੂਡੋ, ਜੇ ਇਹਨਾਂ ਦੀਆਂ ਸਟੇਟਮੈਂਟਸ ਦੇਖੋ ਤਾਂ ਦੋ ਗੱਲਾਂ ਮੇਨਲੀ ਆ ਰਹੀਆਂ ਨੇ। ਇੱਕ ਕਿਹਾ ਜਾ ਰਿਹਾ ਹੈ ਕਿ ਅਸੀਂ ਬੱਚਿਆਂ ਦੇ ਨਾਲ ਆ, ਇਹਨਾਂ ਨੂੰ ਪੂਰਾ ਮੌਕਾ ਦਿੱਤਾ ਜਾਏਗਾ ਕਿਉਂਕਿ ਇਹ ਵੀ ਫਰਾਡ ਦੇ ਵਿਕਟਿਮ ਨੇ। ਦੂਜਾ ਕਿਹਾ ਜਾ ਰਿਹਾ ਹੈ ਕਿ ਕੇਸ ਬਾਈ ਕੇਸ ਬੇਸਿਸ ਸਾਰਿਆਂ ਨੂੰ ਮੌਕਾ ਦਿੱਤਾ ਜਾਏਗਾ, ਉਸ ਤੋਂ ਪਹਿਲਾਂ ਦੇਸ਼ 'ਚੋਂ ਨਹੀਂ ਕੱਢਿਆ ਜਾਏਗਾ। ਕੁਝ ਪੋਜ਼ਿਟਿਵਸ ਜ਼ਰੂਰ ਨਿਕਲ ਕੇ ਆ ਰਹੇ ਨੇ। ਸਟੂਡੈਂਟਸ ਦਾ ਮੋਰਚਾ ਵੀ ਕੁਝ ਰੰਗ ਲਿਆਉਂਦਾ ਦਿਖ ਰਿਹਾ ਹੈ, ਜਿਵੇਂ ਕਿ ਲਵਪ੍ਰੀਤ ਦੀ ਵੀ ਹੁਣ ਡੈਪੂਟੇਸ਼ਨ ਹੁਣੇ ਲਈ ਪੋਸਟਪੋਨ ਹੋ ਗਈ ਹੈ। ਪਰ ਐਕਚੁਅਲੀ ਕੀ ਹੋਣਾ ਤੇ ਫਿਊਚਰ ਇੰਪਲੀਕੇਸ਼ਨਸ ਇਹਦੀਆਂ ਕੀ ਹੋਣਗੀਆਂ, ਇਸ ਤਰ੍ਹਾਂ ਦੇ ਹੋਰ ਕੇਸਿਸ ਜਦੋਂ ਸਾਹਮਣੇ ਆਏ ਉਹਨਾਂ ਨਾਲ ਕੀ ਹੋਊਗਾ, ਇਹ ਦੇਖਣਾ ਪਵੇਗਾ ਤੇ ਅਸੀਂ ਇਸ ਬਾਰੇ ਵੀ ਅਪਡੇਟਸ ਤੁਹਾਨੂੰ ਦਿੰਦੇ ਰਹਾਂਗੇ। ਸਤਿ ਸ਼੍ਰੀ ਅਕਾਲ।